ਖਲਕਾ ਦਾਖਾ ਦੇ ਪਿੰਡ ਛੱਜੇਵਾਲ ਦੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਅਚਾਨਕ ਅੱਗ ਲੱਗਣ ਨਾਲ ਕਰੀਬ 70 ਤੋਂ 80 ਕਿੱਲੇ ਅੱਗ ਦੀ ਲਪੇਟ ਵਿੱਚ ਆ ਗਏ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਰਾਏਕੋਟ ਦੀ ਹੱਦ ਟੱਪਦੀ ਹੋਈ ਪਿੰਡ ਹੇਰਾਂ ਤੱਕ ਪਹੁੰਚ ਗਈ। ਪਿੰਡ ਛੱਜੇਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਪਿੰਡ ਵਾਲਿਆਂ ਨੇ ਹਰ ਪੱਖੋਂ ਅੱਗ ਬੁਝਾਉਣ ਦੇ ਯਤਨ ਕਰਨ ਦੇ ਬਾਵਜੂਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਸਰਕਾਰੀ ਅਮਲੇ ਤੋਂ ਇਲਾਵਾ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ KNS ਕੰਗ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਉਨ੍ਹਾਂ ਨੂੰ ਬਹੁਤ ਜਲਦ ਦਿਵਾਇਆ ਜਾਵੇਗਾ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਲ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਅੱਗ ਲੱਗਣ ਦੇ ਕਾਰਨਾਂ ਦਾ ਜਾਇਜ਼ਾ ਲਿਆ ਗਿਆ। ਹਲਕਾ ਇੰਚਾਰਜ ਡਾਕਟਰ ਕੰਗ ਨੇ ਅਧਿਕਾਰੀਆਂ ਨੂੰ ਇਸ ਸੰਬੰਧ ਵਿੱਚ ਜਲਦੀ ਰਿਪੋਰਟ ਕਰਨ ਦੀ ਹਦਾਇਤ ਕੀਤੀ ਤਾਂ ਜੋ ਕਿਸਾਨਾਂ ਨੂੰ ਜਲਦ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾ ਸਕੇ। ਰਿਪੋਰਟ ਸਿਟੀ ਲਾਈਵ ਚੈਨਲ ਲੁਧਿਆਣਾ। देखो लोगों की सरकार आई है। हाँ जी, लोगों ने पैसे लोगों ने मिल जाने नुकसान होया ते लोगों ने भरना, सरकार ने भरना। ਸਰ ਤੁਸੀਂ ਅੱਜ ਕਿਸਾਨ ਵੀਰਾਂ ਦੇ ਨਾਲ ਜੋ ਕੁਦਰਤ ਦੀ ਮਾਰ ਪਈ ਆ, ਅੱਗ ਦੇ ਚਪੇਟ ਵਿੱਚ ਉਹਨਾਂ ਦੀ ਫਸਲ ਆ ਗਈ, ਉਸ ਦੇ ਸੰਬੰਧ ਵਿੱਚ ਪਹੁੰਚੇ ਤੇ ਤੁਹਾਡੀ ਨਿਗਰਾਨੀ ਵਿੱਚ, ਤੁਹਾਡੀ ਜਾਣਕਾਰੀ ਵਿੱਚ ਕਿੰਨੀ ਜ਼ਮੀਨ ਹੈ ਜਿਹੜੀ ਅੱਗ ਦੀ ਲਪੇਟ ਵਿੱਚ ਆ ਗਈ? 60 ਏਕੜਸ ਹੈਗੀ ਹੈ ਛੱਜਾਵਾਲ ਪਿੰਡ ਦੀ ਜੀ, ਜਿਹਦੇ ਵਿੱਚ ਮੂੰਗੀ ਵੀ ਹੈਗੀ ਆ, ਪੁਦੀਨਾ ਵੀ ਹੈਗਾ ਤੇ ਨਾੜ ਵੀ ਹੈਗੇ ਤੇ ਕਣਕ ਵੀ ਹੈਗੀ ਆ ਜੀ। ਤੇ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਸਾਰਾ ਅਸੀਂ ਪਰ ਮਾਲਕ ਓਨਰਸ਼ਿਪ ਜਿਨ੍ਹਾਂ ਨੇ ਠੇਕੇ ਤੇ ਲਈ ਹੋਈ ਆ ਤੇ ਨੰਬਰ ਖਸਰਾ ਵਾਈਜ਼ ਜਿਹਦਾ ਜਿੰਨਾ ਨੁਕਸਾਨ ਆਇਆ ਉਹ ਅਸੀਂ ਅਸੈਸਮੈਂਟ ਕਰ ਰਹੇ ਹਾਂ। ਤੁਸੀਂ ਛੱਜੀਵਾਲ ਦੀ ਜ਼ਮੀਨ ਤੇ ਦੱਸੀ, ਲੇਕਿਨ ਅੱਗ ਦੀਆਂ ਲਪਟਾਂ ਇੰਨੀ ਜ਼ਿਆਦਾ ਤੇਜ਼ ਸੀਗੀਆਂ ਕਿ ਦਰਖਤਾਂ ਨੂੰ ਚੀਰਦੀਆਂ ਹੋਈਆਂ ਅਗਲੇ ਪਿੰਡਾਂ ਤੱਕ ਪਹੁੰਚ ਗਈਆਂ, ਤੇ ਕੁੱਲ ਕਿੰਨੀ ਤੁਹਾਨੂੰ ਲੱਗਦੀ ਹੈ? ਵੀ ਦੇਖੋ ਜੀ, ਜਿਹੜਾ ਸਾਡਾ ਪਿੰਡ ਛੱਜਾ ਵਾਲਾ, ਇਸ ਤੋਂ ਅੱਗੇ ਰਾਏਕੋਟ ਸਟਾਰਟ ਹੋ ਜਾਂਦਾ ਜੀ, ਉਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ ਕਿਉਂਕਿ ਸਬ ਡਿਵੀਜ਼ਨ ਵੱਖਰੀ ਸੇ ਹੋ ਜਾਂਦੀ ਆ ਤੇ ਸਾਡਾ ਛੱਜਾ ਵਾਲਾ ਐਂਡ ਦਾ ਪਿੰਡ ਆ। ਜੋ ਇਹਦੇ ਵਿੱਚ ਸਾਡੇ ਮੁਤਾਬਕ ਜੋ ਨੁਕਸਾਨ ਹੋਊਗਾ ਅਸੀਂ ਉਹਦੀ ਰਿਪੋਰਟ ਕਰਕੇ ਇਮੀਡੀਏਟਲੀ ਜੋ ਵੀ ਹੈਗਾ ਅਸੀਂ ਇਹ ਨੁਕਸਾਨ ਵੀਰਾਂ ਦਾ ਜਿਹੜਾ ਮੁਆਵਜ਼ਾ ਜਲਦੀ ਤੋਂ ਜਲਦੀ ਦਵਾਵਾਂਗੇ। ਕਿੰਨੇ ਸਮੇਂ ਦੇ ਵਿੱਚ ਜਿਹੜਾ ਕਿਸਾਨ ਵੀਰਾਂ ਦਾ ਮੁਆਵਜ਼ਾ ਉਹਨਾਂ ਨੇ ਤੁਸੀਂ ਦਵਾਓਗੇ? ਤੱਕ ਰਿਪੋਰਟ ਚਲੀ ਜਾਊਗੀ ਜੀ, ਮੰਡੇ ਚਲੀ ਜਾਊਗੀ ਕਿਉਂਕਿ 2 ਛੁੱਟੀਆਂ ਨੇ। ਮੰਡੇ ਨੂੰ ਭੇਜ ਦਾਂਗੇ ਅਸੀਂ ਸਵੇਰੇ ਅਰਲੀ, ਪਟਵਾਰੀ ਸਾਹਿਬ ਨਾਲ ਹੀ ਆਏ ਨੇ, ਕਾਨੂੰਗੋ ਸਾਹਿਬ ਨੇ, ਤੇ ਤਕਰੀਬਨ ਅਸੀਂ ਮੋਸਟਲੀ ਡੀ ਸਾਹਿਬ ਨੂੰ ਕਿਉਂਕਿ ਆਉਣਾ ਦਾ ਸਾਰੇ ਇਕੱਠਿਆਂ ਦਾ ਹੀ ਹੈ ਜੀ। ਤੇ ਤਲਵੰਡੀ ਦਾ ਵੀ ਕੱਲ੍ਹ ਲੱਗੀ ਅੱਗ, ਜਿਵੇਂ ਅਖਾੜੇ ਲੱਗੀ ਸੀ, ਅਖਾੜੇ ਸਾਨੂੰ ਕਿਹਾ ਗਿਆ ਸੀਗਾ, ਅਸੀਂ ਅਖਾੜੇ ਸੀਗੇ, ਉਸ ਤੋਂ ਬਾਅਦ ਰੂਮੀ ਕਹਿੰਦੇ ਨੇ ਰੂਮੀ ਹੋ ਗਈ, ਉਸ ਤੋਂ ਬਾਅਦ ਇੱਥੇ ਸੀਗੀ। ਤੁਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਅੱਗ ਦੀਆਂ ਲੱਗਣ ਦਾ ਕਾਰਨ ਕੀ ਸਮਝ ਵਿੱਚ ਆਇਆ? ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ, ਕਿਉਂਕਿ ਅੱਗ ਦਾ ਕਾਰਨ ਤਾਂ ਕਿਸਾਨ ਵੀਰ ਹੀ ਦੱਸ ਸਕਦੇ ਨੇ ਵੀ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ। ਮੋਸਟਲੀ ਜਾਂ ਤਾਂ ਸ਼ਾਰਟ ਸਰਕਟ ਹੋ ਸਕਦਾ ਜਾਂ ਕੋਈ ਕਿਸੇ ਦਾ ਜਿਵੇਂ ਬੀੜੀ ਸਿਗਰਟ ਪੀਤੀ ਹੋ ਸਕਦੀ ਹੈ, ਕਿਉਂਕਿ ਫਸਲ ਪੱਕੀ ਖੜੀ ਹੈ ਇਸ ਟਾਈਮ, ਇਸ ਕਰਕੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਤੇ ਸਰ ਹੁਣ ਅਗਲੀ ਕਾਰਵਾਈ ਕੀ ਚੱਲ ਰਹੀ ਹੈ? ਕਾਰਵਾਈ ਤਾਂ ਸਾਡੇ ਵੱਲੋਂ ਤਾਂ ਇਹੀ ਹੈ ਜੀ, ਇਸ ਤਰ੍ਹਾਂ ਸਟੇਟਮੈਂਟਸ ਬਣਾ ਕੇ ਮੁਆਵਜ਼ੇ ਦੀਆਂ ਕਿੰਨਾ ਰਕਬਾ ਕਿੰਨੇ ਬੰਦੇ ਦਾ ਹੈਗਾ, ਉਹਦੇ ਮੁਤਾਬਕ ਅਸੀਂ ਇਹਨਾਂ ਦੇ ਰਜਿਸਟਰ ਬਣਾ ਕੇ ਇਹਨਾਂ ਦੇ ਅਕਾਊਂਟ ਨੰਬਰ ਲੈ ਕੇ, ਕਿਉਂ ਪੇਮੈਂਟ ਆਉਣੀ ਹੈ ਸਿੱਧੀ ਅਕਾਊਂਟ 'ਚ ਆਉਣੀ ਆ, ਕੈਸ਼ ਪੇਮੈਂਟ ਤਾਂ ਹੈ ਨਹੀਂ। IFSC ਕੋਡ, ਆਧਾਰ ਕਾਰਡ ਨੰਬਰ ਜੋ ਲਿੰਕ ਆਪਣੇ ਬੈਂਕ ਨਾਲ ਉਹਨਾਂ ਦੇ ਖਾਤਿਆਂ 'ਚ ਆ ਜਾਊਗੇ। ਕਿਸ ਤਰ੍ਹਾਂ ਇਹ ਅੱਗ ਦੀਆਂ ਜਿਹੜੀਆਂ ਲਪਟਾਂ ਨੇ ਇਹਨਾਂ ਨੇ ਇੰਨਾ ਕਹਿਰ ਬਰਸਾਇਆ? ਇਹ ਤਾਂ ਜੀ ਕੁਝ ਪਤਾ ਹੀ ਨਹੀਂ ਲੱਗਿਆ, ਬਸ ਇੱਥੋਂ ਸ਼ੁਰੂ ਹੋ ਕੇ ਇੱਕਦਮ ਕਿਸੇ ਜਾਂ ਉੱਡੀ ਆ ਕਿਸੇ ਪਾਸੋਂ ਆ ਕੇ ਇੱਕਦਮ ਲਾਤਾਂ ਚੜੀਆਂ, ਇੱਥੋਂ ਜਾ ਕੇ ਆਹ ਉੱਤੋਂ ਦੀ ਕਰਕੇ ਆਏ ਮੁੜੀ ਆ ਇੱਧਰ ਸਾਰੇ ਦੇਖਦੇ ਇਹਦੇ ਨਾਲ ਹੀ ਦੇਖਦੇ ਚੜ ਗਈ ਸਾਰੇ। ਇਹ ਤਾਂ ਬਸ 1 ਘੰਟਾ 1.5 ਘੰਟਾ ਹੀ ਲੱਗਿਆ, ਜਾਨੂੰ ਹਵਾ ਦਬ ਗਈ, ਹਵਾ ਦਬਣੇ ਕਰਕੇ ਕੰਟਰੋਲ ਹੋ ਗਈ, ਫਿਰ ਇੱਧਰ ਨੂੰ ਚਲੀ ਗਈ। ਸਾਰੇ ਪਿੰਡ ਵਾਲਿਆਂ ਨੇ ਆ ਕੇ ਕੰਟਰੋਲ ਕੀਤਾ, ਸਾਰਾ ਪਿੰਡ ਆਇਆ ਵਾ, ਟਰੈਕਟਰ ਲਿਆਂਦੇ, ਰੂਟਾਵੇਟਰ ਨਾਲ ਮੂਹਰਿਓਂ ਕਣਕ ਵਾਹੀ ਆ, ਕੋਈ ਹਲ ਪਾਏ ਆ, ਕੋਈ ਟੈਂਕੀਆਂ ਲਿਆਂਦੀਆਂ ਪਾਣੀ ਵਾਲੀਆਂ, ਸਪਰੇਅ ਵਾਲੀਆਂ ਟੈਂਕੀਆਂ ਪਾਣੀ ਵਾਲੀਆਂ ਜਿੰਨੀਆਂ ਪਿੰਡ ਸੀ ਉਹ ਆ ਗਈਆਂ, ਉਹਨਾਂ ਦੇ ਨਾਲ ਕੰਟਰੋਲ ਕੀਤੀ ਆ। ਮੁੰਡੇ ਬਹੁਤ ਲੱਗੇ ਸੀ, ਉੱਤੋਂ ਦੀ ਲਾਪਟਾਂ ਜਾਂਦੀਆਂ ਡਾਣਿਆਂ ਦੇ ਨਾਲ ਭਜਾਉਂਦੇ ਸੀ। ਆਓ ਆਪਾਂ ਗੱਲਬਾਤ ਕਰਦੇ ਹਾਂ ਉਸ ਜ਼ਿਮੀਂਦਾਰ ਦੇ ਨਾਲ ਜਿਸ ਦੇ ਘਰ ਤੋਂ ਇਹ ਅੱਗ ਦੀ ਜਿਹੜੀ ਲਪਟਾ ਅੱਗੇ ਫੈਲਦੀ ਇੱਥੋਂ ਤੱਕ ਰਾਏਕੋਟ ਤੱਕ ਪਹੁੰਚ ਗਈ। ਜਦੋਂ ਇਹ ਅੱਗ ਲੱਗੀ ਤੁਸੀਂ ਕਿੱਥੇ ਸੀ? ਮੈਂ ਜੀ ਇੱਥੇ ਹਾਜ਼ਰ ਸੀਗੇ, ਕੋਲੇ ਸੀ। ਜਦੋਂ ਅੱਗ ਸਾਡੇ ਮੇਰੇ ਖੇਤ ਘਰ ਤੋਂ ਅੱਧਾ ਕਿੱਲਾ ਪਿੱਛੇ ਸੀਗੇ, ਅਸੀਂ ਉਹਦੀ ਪਾਣੀ ਛੱਡ ਕੇ ਟਰੈਕਟਰ ਵਿੱਚ ਵਾੜੇ, ਲੌਸਮੈਂਟ ਕਰਾਈ, ਪਿੰਡ ਸਾਰੇ ਪਿੰਡ ਆ ਗਿਆ ਬਹੁਤ ਜ਼ਿਆਦਾ, ਸਾਡੇ ਖੜੇ ਮੇਰੇ ਘਰ ਤੱਕ ਪਹੁੰਚ ਗਈ ਅੱਗ। ਤੇ ਸਾਨੂੰ ਐ ਨਹੀਂ ਸਮਝ ਲੱਗੀ, ਚਾਰੇ ਪਾਸੇ ਫਿਰ ਹਵਾ ਉਲਟ ਹੋ ਗਈ ਤਾਂ ਦੂਜੇ ਪਾਸੇ ਚੱਲ ਪਈ। ਫਿਰ ਹਵਾ ਇਤਨੀ ਜ਼ਿਆਦਾ ਤੇਜ਼ ਸੀ ਕਿ ਜਾਣ ਦੀ ਕੋਈ ਦੱਸ ਹੀ ਨਹੀਂ ਸਕਦੇ, ਤੇ 4 ਕਿੱਲੇ ਵੋਟ ਕੇ ਅੱਗੇ ਜਾਂਦੀ ਸੀ ਅੱਗ। ਜੇ ਟਰੈਕਟਰ ਮੂਹਰੇ ਕੰਟਰੋਲ ਕਰਦੇ ਸੀ ਉਦੋਂ ਅੱਗੇ ਟਰੈਕਟਰ ਵਿੱਚ ਆ ਗਏ, ਸਾਡੇ ਕਈ ਬਚ ਗਏ, ਵੈਸੇ ਬਹੁਤ ਵਿੱਚ ਜ਼ਿਮੀਂਦਾਰਾਂ ਨੂੰ ਨੁਕਸਾਨ ਹੋ ਗਿਆ ਵਿੱਚ। ਤੇ ਅੱਗ ਲੱਗਣ ਦਾ ਕਾਰਨ ਤੁਹਾਨੂੰ ਪਤਾ ਲੱਗਿਆ? ਇਹ ਸਾਨੂੰ ਕਿਸੇ ਪਤਾ ਨਹੀਂ ਲੱਗ ਰਿਹਾ ਜੀ ਇਹ ਗੱਲ ਦਾ ਜੀ। ਉੱਥੇ ਇਹ ਗੱਲ ਕਿਸੇ ਨੂੰ ਮਾਲੂਮ ਨਹੀਂ ਹੈ ਵੀ ਕਿੱਥੋਂ ਲੱਗੀ ਹੈ, ਮੈਂ ਝੂਠ ਬੋਲਾਂ ਕੋਈ ਕੁਝ ਕਹੀ ਚੱਲੇ, ਕੋਈ ਪਤਾ ਨਹੀਂ ਹੈ।
ਤੇ ਹੁਣ ਇਸ ਸੰਬੰਧ ਦੇ ਵਿੱਚ ਜਿੰਨੀ ਫਸਲ ਦਾ ਨੁਕਸਾਨ ਹੋਇਆ, ਤੁਹਾਡਾ ਨੁਕਸਾਨ ਹੋਇਆ, ਤੁਹਾਡੇ ਪਿੰਡ ਦੇ ਹੋਰ ਵੀਰਾਂ ਦਾ ਨੁਕਸਾਨ ਹੋਇਆ, ਇਸ ਸੰਬੰਧ ਦੇ ਵਿੱਚ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਸਰ ਚਾਹੁੰਦੇ ਹਾਂ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਜ਼ਿਮੀਂਦਾਰਾਂ ਦੇ ਨੂੰ ਫੁੱਲ ਮੁਆਵਜ਼ਾ ਮਿਲਣਾ ਚਾਹੀਦਾ। ਸਭ ਕਾਸ਼ਤਕਾਰ ਲੋਕ ਆ, ਗਰੀਬ ਆਦਮੀ ਆ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਥੋੜਾ ਨਹੀਂ, ਕਿਸੇ ਕੋਲ ਦਾਣੇ ਵੀ ਖਾਣ ਜੋਗੇ ਉਹ ਵੀ ਜ਼ਿਮੀਂਦਾਰ ਵਿੱਚ ਆਏ ਵੇ ਦੇ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਕਿੰਨਾ ਨੁਕਸਾਨ ਤੁਹਾਡੀ, ਜੇਕਰ ਗੱਲ ਕਰੀਏ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ? ਮੇਰੇ ਤਾਂ ਤੇ ਵੱਡੇ ਜੀ, ਮੇਰੇ ਤਾਂ ਨਾਲ ਪਿਆ ਸੀ, ਮੇਰੇ ਤਾਂ ਕੋਈ ਗੱਲ ਦੀ ਫਰਕ ਨਹੀਂ ਪੈਂਦਾ। ਮੇਰੇ ਨਾਲ ਬੜਾ ਜਿੰਨਾ ਅਸੀਂ ਅੱਗ ਮੂਹਰੇ ਬਜਾਰੇ ਉਹਨਾਂ ਬਹੁਤ ਜ਼ਿਆਦਾ ਨੁਕਸਾਨ ਆ ਵੱਡਿਆਂ ਦੇ, ਆਹ ਮੁੰਡਿਆਂ ਤੋਂ ਲਾ ਕੇ ਸਾਡੇ ਜਿੰਨੇ ਵੀ ਯਾਰ ਦੋਸਤ ਆ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਅਸੀਂ ਸਾਂਝੇ ਬੰਦੇ ਆ, ਕੋਈ ਨਾ ਝੂਠ ਬੋਲਣਾ ਨਾ ਝੂਠੀ ਗੱਲ ਕਰਨੀ ਆ, ਸਹੀ ਸਹੀ ਹੁਣ ਦੱਸ ਰਹੇ ਆ, ਜਿਹੜੀ ਗੱਲ ਦੱਸ ਰਹੇ ਆ। ਹੁਣ ਸੁਖਵੰਤ ਸਿੰਘ ਆ, ਉਹਦੇ 25-26 ਕਿੱਲੇ ਇੱਕ ਮਾਲਕ ਦੇ ਉਹਦੇ ਮੱਚੇ ਆ ਵਿਚਾਰੇ ਦੇ, 25-26 ਕਿੱਲੇ ਦਾ ਨੁਕਸਾਨ ਹੋ ਗਿਆ। ਉਹਦਾ ਸਾਰੀ ਕਣਕ ਖੜੀ ਸੀ। 8-10 ਕਿੱਲੇ ਆ ਹਰਭਜਨ ਸਿੰਘ ਬਿੱਕਰ ਮੇਰੇ ਕੰਧਾਂ ਤੋਂ ਟੱਪ ਕੇ ਮੇਰੇ ਵਿਹੜੇ 'ਚ ਵੀ ਕਣਕ ਦੇ ਢੇਰ ਨੂੰ ਵੀ ਲੱਗੇ, ਉੱਤੇ ਪੱਲੜ ਮੱਚ ਕੇ ਸਾਰੇ ਭਾਈਆਂ ਨੇ ਵਜਾਏ। ਹਾਲੀ ਵੀ ਟਾਈਮ ਇੱਥੇ ਉੱਥੇ ਜਿੰਨੇ ਇੰਨੀਆਂ ਲਾਉਟ ਤੇ ਸੀਗੀਆਂ। ਹਾਂਜੀ, ਤੁਹਾਡਾ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਗੁਰਪ੍ਰੀਤ ਜੀ, ਕੀ ਤੁਹਾਡੀ ਫਸਲ ਦਾ ਵੀ ਨੁਕਸਾਨ ਹੋਇਆ? ਹਾਂਜੀ ਹਾਂਜੀ, 4 ਕਿੱਲਿਆਂ ਨੂੰ ਅੱਗ ਲੱਗ ਗਈ। ਅਸੀਂ ਉੱਥੇ ਖੇਤ ਹੀ ਬੈਠੇ ਸੀਗੇ ਤੇ ਪਹਿਲਾਂ ਹਨੇਰੀ ਚੱਲਦੀ ਸੀ, ਉਦੋਂ ਮਤਲਬ ਜਦੋਂ ਹਨੇਰੀ ਤੋਂ ਪਹਿਲਾਂ ਅਸੀਂ ਉੱਥੇ ਬੈਠੇ ਹੀ, ਜਦੋਂ ਹਨੇਰੀ ਚੱਲੀ ਅੰਦਰ ਬਹਿ ਗਏ। ਜਦੋਂ ਹਨੇਰੀ ਘਟ ਗਈ ਉਦੋਂ ਬਾਹਰ ਨਿਕਲੇ, ਨਾਲ ਸਾਡੇ ਇੱਕ ਵੱਡਾ ਭਰਾ ਸੀਗਾ ਤੇ ਉਹਨੇ ਦੱਸਿਆ ਵੀ, ਉਹ ਕਹਿੰਦਾ ਵੀ ਅੱਗ ਲੱਗੀ ਪਈ ਆ। ਤੇ ਜਦੋਂ ਤਾਂ ਇੱਥੇ ਫਿਰ ਬੇਨਤੀ ਬੁਲਾਤੀ, ਇਹਨੇ ਪੈਣੀ ਨੇ ਬੇਨਤੀ ਬੁਲਾਤੀ ਤੇ ਹੋਰ ਵੀ ਆ ਗਏ। ਮੁੜ ਕੇ ਮੈਂ ਵੀ ਟਰੈਕਟਰ ਲੈਣ ਗਿਆ, ਜਦੋਂ ਤਾਂ ਅੱਗ ਬੁਝੀ ਨਹੀਂ ਮੁੜ ਕੇ। ਤੁਹਾਡੇ ਦੇਖਦੇ ਦੇਖਦੇ ਕਿੰਨੇ ਸਮੇਂ ਦੇ ਵਿੱਚ ਇਸ ਅੱਗ ਨੇ ਨੁਕਸਾਨ ਕਰ ਦਿੱਤਾ? ਬਹੁਤ ਜ਼ਿਆਦਾ ਨੁਕਸਾਨ ਕਰ ਕਿੰਨੇ ਸਮੇਂ ਵਿੱਚ? ਸੂਆ ਟੱਪ ਗਈ ਅੱਗ, ਥੋੜੇ ਟਾਈਮ ਦੇ ਵਿੱਚ ਅੱਗ ਤਾਂ ਹੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਗਿਆ ਜੀ। ਹੋਰ ਵੀ ਭਰਾਵਾਂ ਦਾ, ਸਾਰਿਆਂ ਦਾ ਹੋਰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹ ਵੀਰੇ ਦਾ ਜਿਹੜਾ ਦੂਜਾ ਜਿਹੜਾ ਸੁਖਵੰਤ ਵੀਰਾ ਵਾ, ਉਹਦੇ 26 ਕਿੱਲੇ ਕਹਿੰਦੇ ਇਕੱਲੇ ਦੇ। ਤੇ ਤੁਹਾਨੂੰ ਕੀ ਕਾਰਨ ਲੱਗਦਾ ਕਿ ਕਿਸ ਤਰ੍ਹਾਂ ਅੱਗ ਫੈਲੀ? ਅੱਗ ਦਾ ਹੀ ਹੁਣ ਉਹ ਜਿੱਥੇ ਰੇੜਾ ਖੜਾ ਵਾ ਉੱਥੋਂ ਅੱਗ ਦਿਸੀ ਆ ਸਾਨੂੰ, ਅਸੀਂ ਆਪ ਦੇਖੀ ਆ ਜਦੋਂ ਅਸੀਂ ਬਾਹਰ ਨਿਕਲੇ। ਹੁਣ ਐਂ ਨਹੀਂ ਕਹਿ ਸਕਦੇ ਵੀ ਅੱਗ ਕਿਵੇਂ ਲੱਗੀ ਆ। ਹਾਂਜੀ, ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਵੀ ਜਿਹੜਾ ਨੁਕਸਾਨ ਹੋਇਆ ਸਾਰੀ ਭਰਪਾਈ ਸਾਰਿਆਂ ਦੀ ਕਰਨੀ ਚਾਹੀਦੀ ਹੈ। ਗੱਲ ਕਰੀਏ ਤੁਹਾਡਾ ਕਿੰਨਾ ਨੁਕਸਾਨ ਹੋਇਆ? 4 ਕਿੱਲੇ ਸਾਡੇ ਹੀ, ਬਾਕੀ 1.5 ਕਿੱਲਾ ਮੁੰਡਾ ਵਾ, 1.5 ਉਹ ਜਿਵੇਂ ਉਹ ਦੂਜਾ 26 ਕਿੱਲੇ ਇੱਕ ਦੇ। ਬਾਕੀ ਇੱਧਰ ਆ ਗਈ ਪੈਲੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹੁਣ ਮੈਂ ਨਾਮ ਨਹੀਂ ਜਾਣਦਾ ਵਿੱਚ ਕਈਆਂ ਦੇ। ਕੋਈ ਤਕਰੀਬਨ 100-150 ਕਿੱਲੇ ਦੇ ਹੈਗਾ ਜੀ। 100 ਤੋਂ 150 ਕਿੱਲੇ ਦੇ ਵਿੱਚ ਜਿਹੜੀ ਖੜੀ ਫਸਲ ਦਾ ਨੁਕਸਾਨ ਹੋਇਆ ਵਾ। ਕਿੰਨੇ ਆਪਣੇ ਪਰਿਵਾਰ ਨੇ ਜਿਨ੍ਹਾਂ ਦੀ ਉਹ ਜ਼ਮੀਨ ਹੈ? ਉਹ ਲਿਖ ਰਹੇ ਆ ਜੀ, ਪਰਿਵਾਰ 25-30 ਦੇ ਕਰੀਬ ਪਰਿਵਾਰ ਹੈਗੇ ਆ ਸਾਰੇ। ਹੁਣ ਵਿੱਚ ਜਿੱਦਾਂ ਕੋਈ ਕਿੱਲੇ ਵਾਲਾ 1.5 ਕਿੱਲੇ ਵਾਲਾ ਸੀਗਾ, ਉਹ ਆ ਵਿੱਚ ਜਿੱਦਾਂ ਸੁਖਵੰਤ ਸਿੰਘ ਦਾ ਵਾ, ਉਹਦੇ 26-27 ਕਿੱਲੇ ਦੱਸਦੇ ਆ। ਤੇ ਇਦਾਂ ਕਰਕੇ ਸਾਰਿਆਂ ਰਲ ਮਿਲ ਕੇ 25-30 ਪਰਿਵਾਰ ਹੈਗੇ ਆ। ਹਾਂਜੀ, ਤੁਹਾਡੀ ਕਿੰਨੀ ਜ਼ਮੀਨ ਦਾ ਨੁਕਸਾਨ ਹੋਇਆ? 1.25 ਕਿੱਲੇ ਦਾ 1.5 ਦੇ ਨੇੜੇ ਹੋ ਗਿਆ ਜੀ। ਮੂੰਗੀ ਬੀਜੀ ਹੋਈ ਸੀ। ਤੁਸੀਂ ਮੂੰਗੀ ਬੀਜੀ ਹੋਈ ਸੀ ਤੇ ਤੁਹਾਨੂੰ ਇਹ ਸਮਝ ਆਇਆ ਕਿ ਅੱਗ ਦਾ ਕੀ ਵਜ੍ਹਾ ਹੈ ਜਿਹਦੇ ਨਾਲ ਅੱਗ ਫੈਲ ਗਈ? ਪਤਾ ਨਹੀਂ ਲੱਗਾ ਜੀ, ਜਦੋਂ ਅਸੀਂ ਆਏ ਉਦੋਂ ਲੱਗੀ ਹੋਈ ਸੀਗੀ ਜੀ। ਜਸਮੇਲ ਜੀ, ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਜੋ ਫਸਲ ਦਾ ਨੁਕਸਾਨ ਹੋਇਆ, ਕਿੰਨੇ ਪਰਿਵਾਰਾਂ ਦੀ ਫਸਲ ਦਾ ਨੁਕਸਾਨ ਹੋਇਆ ਔਰ ਕਿੰਨੇ ਕਿੱਲੇ ਜ਼ਮੀਨ ਸੀ? ਮੈਡਮ ਜੀ 12-13 ਪਰਿਵਾਰ ਸੀਗੇ ਜੀ, ਜਿਨ੍ਹਾਂ ਦੀ ਕੁਛ ਆਪਦੀ ਮਾਲਕੀ ਸੀ, ਬਾਕੀ ਕਾਸ਼ਤਕਾਰ ਸੀਗੇ ਮੈਡਮ 70-75 ਕਿੱਲੇ ਨੇ। ਔਰ ਫਸਲ ਕਿਹੜੀ ਸੀ? ਕਣਕ ਆ ਜੀ, ਕੁਛ ਮੂੰਗੀ ਨੂੰ ਵੀ ਸੇਕ ਲੱਗਿਆ ਹੈ ਜੀ, ਕੁਛ ਪੁਦੀਨੇ ਨੂੰ ਵੀ ਲੋਕਾਂ ਦੇ, ਬਾਕੀ ਵੱਧ ਕਣਕ ਸੀਗੀ। ਕੁਛ ਘਰਾਂ ਦੇ ਸੀਗੇ, ਤੂੜੀ ਬਣਾਉਣ ਵਾਲੀ ਵੀ ਸੀਗੀ। ਜਸਮੇਲ ਜੀ, ਤੁਸੀਂ ਖੁਦ ਜ਼ਿਮੀਂਦਾਰ ਹੋ ਤੇ ਇਹ ਚਾਨਣਾ ਪਾਓ ਕਿ 1 ਕਿੱਲੇ ਵਿੱਚੋਂ ਜਦੋਂ ਦਾਣਾ ਪੱਕਿਆ ਹੁੰਦਾ ਹੈ ਤਾਂ ਕਿਸਾਨ ਨੂੰ ਕਿੰਨੀ ਰਕਮ ਦੀ ਬਚਤ ਹੁੰਦੀ ਹੈ 1 ਕਿੱਲੇ ਵਿੱਚੋਂ? ਮੈਡਮ ਬਚਤ ਤਾਂ ਕੁਛ ਵੀ ਨਹੀਂ ਹੁੰਦੀ ਜੀ। ਚਲੋ ਉਹਦਾ ਪਰਿਵਾਰ ਪਾਲਣ ਲਈ ਸਭ ਧੰਦਾ ਕਰਦੇ ਆ ਨਾ, ਹੋਰ ਕੋਈ ਕੰਮ ਹੈ ਨਹੀਂ ਕਰਨ ਨੂੰ। ਪਰ ਹੁਣ ਜਿਹੜਾ ਐਨ ਫਸਲ ਪੱਕੀ ਤੋਂ ਹੁਣ ਕੋਈ ਨਾ ਮੂੰਗੀ ਲਾ ਸਕਦਾ ਜੀ, ਨਾ ਕੁਛ ਹੋਰ ਕਰ ਸਕਦਾ। ਜੇ ਕੋਈ ਪਹਿਲਾਂ ਕੋਈ ਉਹ ਜਿਹਾ ਹਿੱਪਨ ਹੁੰਦਾ ਫਿਰ ਤਾਂ ਹੋ ਜਾਂਦਾ ਜੀ, ਪਰ ਹੁਣ ਨੁਕਸਾਨ ਬਹੁਤ ਜ਼ਿਆਦਾ ਜੀ। ਕੋਈ ਤੂੜੀ ਵੀ ਨਹੀਂ ਬਚੀ ਜੀ ਲੋਕਾਂ ਕੋਲੇ। ਫਿਰ ਵੀ ਤੁਹਾਡੇ ਅੰਦਾਜ਼ੇ ਨਾਲ ਕਿ ਛੱਜੇਵਾਲ ਦੀ ਜਿਹੜੀ ਫਸਲ ਖਰਾਬ ਹੋਈ ਹੈ ਤਾਂ 1 ਕਿੱਲੇ ਦੀ ਆਪਾਂ ਗੱਲ ਕਰਦੇ ਹਾਂ, 1 ਕਿੱਲੇ ਵਿੱਚੋਂ ਕਿਸਾਨ ਦਾ ਕਿੰਨਾ ਨੁਕਸਾਨ ਹੋ ਗਿਆ? ਮੈਡਮ 50-50 ਹਜ਼ਾਰ ਦਾ ਟੋਟਲ ਅੰਦਾਜ਼ਾ ਜੀ। ਤੇ ਹੁਣ ਜਿਸ ਤਰ੍ਹਾਂ ਪਿੰਡ ਛੱਜੇਵਾਲ ਦੇ ਵਿੱਚ ਨੁਕਸਾਨ ਹੋਇਆ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਕਿਸਾਨ ਵੀਰਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਜਾਵੇ? ਮੈਡਮ ਬਣਦਾ ਜੋ ਵੀ ਹੈਗਾ, ਜੋ ਵੀ ਮੰਨ ਲਓ ਕਿੰਨੇ ਕੁਆਂਟਲ ਨਿਕਲਦੀ ਹੈ ਲੋਕਾਂ ਦਾ ਪਤਾ ਹੀ ਹੈ ਜੀ, ਗਵਰਨਮੈਂਟ ਨੂੰ ਵੀ ਕਿਹੜਾ ਕਿਸੇ ਨੂੰ ਨਹੀਂ ਪਤਾ ਜੀ। ਬਿਲਕੁਲ ਸਾਰਾ ਮਿਲਣਾ ਚਾਹੀਦਾ ਜੀ, ਸਮੇਤ ਤੂੜੀ ਤੱਕ। ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਤੁਹਾਡੇ ਪਿੰਡ ਨੂੰ ਲੱਗਦਾ ਸਰਕਾਰੀ ਅਮਲਾ ਸਾਰਾ ਪਹੁੰਚਿਆ ਹੋਇਆ ਸੀ, ਪਟਵਾਰੀ ਸਾਹਿਬ ਵੀ ਪਹੁੰਚੇ ਹੋਏ ਸੀ, ਤਹਿਸੀਲਦਾਰ ਸਾਹਿਬ ਵੀ, ਤੇ ਹੋਰ ਵੀ ਉਹਨਾਂ ਦੇ ਨਾਲ ਕੀ ਵਿਸ਼ਵਾਸ ਦਿਵਾ ਕੇ ਗਏ ਨੇ? ਉਹ ਮੈਡਮ ਕਹਿੰਦੇ ਜਲਦੀ ਤੋਂ ਜਲਦੀ ਰਿਪੋਰਟ ਬਣਾ ਕੇ ਦੇਵਾਂਗੇ ਅਸੀਂ ਉੱਪਰ ਤੱਕ, ਜੋ ਮੰਨ ਲਓ ਜਲਦੀ ਤੋਂ ਜਲਦੀ ਕਹਿੰਦੇ ਮੁਆਵਜ਼ਾ ਦਿਵਾਇਆ ਜਾਏਗਾ। ਆਓ ਆਪਾਂ ਜਥੇਬੰਦੀ ਦੇ ਆਗੂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਅੱਜ ਪਿੰਡ ਛੱਜੇਵਾਲ ਦੇ ਵਿੱਚ, ਪਹਿਲਾਂ ਤਾਂ ਇਹ ਜਾਣਨਾ ਪਾਓ ਕਿ ਤੁਸੀਂ ਕੀ ਤੁਹਾਡਾ ਪਿੰਡ ਛੱਜੇਵਾਲ ਹੀ ਹੈ ਜਾਂ ਤੁਸੀਂ ਹੋਰ ਪਿੰਡ ਤੋਂ ਆਏ ਹੋਏ ਹੋ? ਮੇਰਾ ਪਿੰਡ ਇੱਥੋਂ ਸਿਰਫ 2-2.5 ਕਿਲੋਮੀਟਰ ਤੇ ਕਮਾਲਪੁਰਾ। ਕੱਲ ਜਦੋਂ ਅੱਗ ਲੱਗੀ, ਲਾਟਾਂ ਨਿਕਲੀਆਂ
ਲੋਕਾਂ ਨੇ ਯਤਨ ਬਹੁਤ ਕੀਤਾ ਪਰ ਹਨੇਰ ਇੰਨਾ ਜ਼ਿਆਦਾ ਸੀਗਾ ਉਹ ਕੰਟਰੋਲ ਤੋਂ ਬਾਹਰ ਹੋਇਆ। ਪਰ ਜਿਹੜਾ ਨੁਕਸਾਨ ਹੋਇਆ ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ, ਕਿਉਂਕਿ ਸਰਕਾਰ ਕੋਲੇ ਸੈਟੇਲਾਈਟ ਲਾਏ ਹੁੰਦੇ ਆ, ਜਦੋਂ ਕਿਤੇ ਅੱਗ ਲੱਗਦੀ ਆ ਜਾਂ ਅਸੀਂ ਲਾਉਂਦੇ ਆ ਤਾਂ ਸਾਡੀ ਫੋਟੋ ਉੱਥੇ ਦੀ ਪੈਂਦੀ ਆ। ਅੱਜ ਕੱਲ੍ਹ ਅੱਗ ਲੱਗੀ ਹੈ ਤੇ ਉਹ ਜਿਹੜੇ ਯੰਤਰ ਸੀ ਸਰਕਾਰ ਦੇ ਫੇਲ ਹੋ ਗਏ, ਨਹੀਂ ਤਾਂ ਫਾਇਰ ਬ੍ਰਿਗੇਡ ਜਾਂ ਹੋਰ ਕੋਈ ਉਹਨਾਂ ਵੱਲੋਂ ਉਪਰਾਲਾ ਹੋਣਾ ਸੀਗਾ। ਅੱਜ ਅਸੀਂ ਇਹ ਐਡਾ ਵੱਡਾ ਨੁਕਸਾਨ ਆ ਜਿਹੜਾ ਸਾਡੇ ਪੁੱਤਾਂ ਵਾਂਗੂ ਜਿਹੜੀ ਸਾਡੀ ਫਸਲ ਅਸੀਂ ਪਾਲਦੇ ਉਹਨੂੰ ਬਹੁਤ ਵੱਡਾ ਨੁਕਸਾਨ ਹੋਇਆ। ਕਿੱਥੇ ਅਸੀਂ 40-50 ਹਜ਼ਾਰ ਉਹਦਾ ਵੱਟਣਾ ਸੀ, ਕਿੱਥੇ ਅੱਜ ਸਾਨੂੰ 40-50 ਹਜ਼ਾਰ ਦੀ ਉਹ ਮੁੱਲ ਲੈਣੀ ਪੈਣੀ ਆ। ਨੁਕਸਾਨ ਕਾਫੀ ਹੋ ਗਿਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਹੀ ਮੁਆਵਜ਼ਾ ਦਿੱਤਾ ਜਾਵੇ। ਪਹਿਲਾਂ ਸਾਡਾ ਆਲੂਆਂ ਦਾ ਨੁਕਸਾਨ ਹੋਇਆ, ਉਹ ਮੁਆਵਜ਼ਾ ਹਜੇ ਤੱਕ ਨਹੀਂ ਦਿੱਤਾ ਗਿਆ ਤੇ ਅੱਜ ਇਹ ਜਿਹੜਾ ਮੁਆਵਜ਼ਾ ਹੈਗਾ, ਕਿਉਂਕਿ ਅਧਿਕਾਰੀ ਆ ਜਿਹੜੇ ਅੱਜ ਉਹ ਇਹਦੀ ਗਿਣਤੀ ਕਰ ਰਹੇ ਆ ਤੇ ਅਸੀਂ 18 ਤਰੀਕ ਨੂੰ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇਵਾਂਗੇ ਤੇ ਛੇਤੀ ਤੋਂ ਛੇਤੀ ਇਹ ਕਿਸਾਨਾਂ ਨੂੰ ਨਾਲ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਇਹ ਮੁਆਵਜ਼ਾ ਲੈਣ ਲਈ ਅਸੀਂ 18 ਤਰੀਕ ਨੂੰ ਡੀਸੀ ਸਾਹਿਬ ਨੂੰ ਸਾਰੇ ਐਸਡੀਐਮ ਨੂੰ ਮੰਗ ਪੱਤਰ ਦੇਵਾਂਗੇ। ਇਸੇ ਤਰ੍ਹਾਂ ਹੀ ਜੋ ਸਾਡੇ ਬਿਜਲੀ ਵਾਲੇ ਚਿੱਪ ਵਾਲੇ ਮੀਟਰ ਲਾਉਂਦੇ ਆ ਉਹ ਵੀ ਅਸੀਂ ਕਿਸੇ ਹਾਲਤ ਦੇ ਵਿੱਚ ਲੱਗਣ ਨਹੀਂ ਦੇਣੇ ਕਿ ਬਾਕੀ ਸਾਡੀਆਂ ਹੋਰ ਮੰਗਾਂ ਜਿਹੜੀਆਂ ਹੈਗੀਆਂ ਵਾ ਉਹ ਅਗਲੇ ਏਜੰਡੇ ਤੇ ਆਉਣਗੀਆਂ। ਅੱਜ ਅਸੀਂ ਸਿਰਫ ਇਹ ਜਿਹੜੇ ਕਿਸਾਨ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਇਹਨਾਂ ਨਾਲ ਹਮਦਰਦੀ ਕਰਨ ਆਏ ਆ ਤੇ ਇਹਨਾਂ ਨੂੰ ਪੂਰਾ ਭਰੋਸਾ ਦਿਵਾਉਂਦੇ ਆ ਵੀ ਜਿੱਥੇ ਅਸੀਂ ਅੱਗੇ ਦਿੱਲੀ ਦੇ ਵਿੱਚ 12.5 ਮਹੀਨੇ ਲੜੇ ਆ ਤੇ ਇਹ ਲੜਾਈ ਵੀ ਅਸੀਂ ਡੀਸੀ ਦੇ ਖਿਲਾਫ ਲੜ ਕੇ ਇਹਨਾਂ ਨੂੰ ਮੁਆਵਜ਼ਾ ਦਵਾਵਾਂਗੇ ਛੇਤੀ ਤੋਂ ਛੇਤੀ। ਉਹ ਜ਼ਮਾਨੇ ਖਤਮ ਹੋ ਗਏ, ਖਾਣ ਪੀਣ ਵਾਲਾ ਆਪਾਂ ਕਾਹਦੇ ਵਾਸਤੇ ਆ, ਆਪਾਂ ਚੈੱਕ ਕਰਾਂਗੇ। ਦੇਖੋ ਜੋ ਮੈਂ ਦੇਖ ਰਿਹਾ ਤਕਰੀਬਨ ਜਾਂ ਮੋਟੀ ਗੱਲ ਪਤਾ ਲੱਗੀ ਵੀ 100 ਕਿੱਲੇ ਤਾਂ ਹੋਣੇ ਆ ਤੇ ਬਾਕੀ ਰਾਏਕੋਟ ਦੇ ਹਲਕੇ ਦੇ ਹੈਗੇ ਕਿੱਲੇ ਕਾਫੀ ਸਾਰੇ ਜਿਹੜੇ ਜਲ ਗਏ। ਰਾਫਰੀ ਹੁਣ ਕਰੋਪੀ ਹੋਈ ਹੈ ਤੇ ਪਰ ਇਹ ਹੈਗਾ ਕਿ ਹੁਣ ਅਸੀਂ ਅਫਸਰਾਂ ਨੂੰ ਬੁਲਾਇਆ, ਐਸਡੀਐਮ ਸਾਹਿਬ ਆਏ, ਸਾਰੇ ਪਟਵਾਰੀ ਆਏ, ਉਹਨਾਂ ਨੂੰ ਕਿਹਾ ਕਿ ਫਟਾਫਟ ਜਲਦੀ ਤੋਂ ਜਲਦੀ ਇਹਦੀ ਰਿਪੋਰਟ ਬਣਾ ਕੇ ਸਬਮਿਟ ਕਰਨ ਸਰਕਾਰ ਨੂੰ ਤਾਂ ਕਿ ਅਸੀਂ ਮੁਆਵਜ਼ਾ ਪਾ ਸਕੀਏ। ਦੇਖਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਦੇ ਸੁਪਨੇ ਦੇ ਉੱਤੇ ਇੱਕ ਕੁਦਰਤੀ ਕਹਿਰ ਕਹਿ ਸਕਦੇ ਆਪਾਂ ਵੀ ਕਹਿਰ ਪਿਆ ਤੇ ਇਸ ਕਹਿਰ ਦਾ ਜਿਹੜਾ ਮੁਆਵਜ਼ਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਜੱਟ ਵੀਰਾਂ ਨੂੰ ਕਿੰਨੇ ਜਲਦੀ ਦਵਾ ਦੇਣਗੇ? ਬਿਲਕੁਲ ਬਹੁਤ ਜਲਦੀ ਦਵਾ ਰਹੇ ਹਾਂ ਜੀ। ਦੇਖੋ ਹੁਣ ਅਸੀਂ ਜਿਵੇਂ ਕੱਲ ਹੋਇਆ ਸਾਡਾ ਇਨਸੀਡੈਂਟ ਤਾਂ ਅੱਜ ਸਵੇਰੇ ਸਾਰੇ ਅਫਸਰਾਂ ਨੂੰ ਇੱਥੇ ਬੁਲਾਇਆ ਹੈਗਾ, ਅਫਸਰ ਵੀ ਪਹੁੰਚੇ ਹੈ ਤਾਂ ਉਹ ਸਾਰਾ ਹੁਣ ਕਾਰਵਾਈ ਕਰਨਗੇ। ਇਹ ਕਾਰਵਾਈ ਕਰਕੇ ਮੰਡੇ ਆਪਣਾ ਪਹਿਲਾ ਵਰਕਿੰਗ ਡੇ ਹੈ, ਮੰਡੇ ਨੂੰ ਉਹ ਸਬਮਿਟ ਕਰਨਗੇ ਤਾਂ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਹੋਏਗਾ, ਬਾਕੀ ਟਾਈਮ ਤੋਂ ਬਹੁਤ ਜ਼ਿਆਦਾ ਪਹਿਲਾਂ ਹੋਏਗਾ। ਤੇ ਤੁਹਾਨੂੰ ਜਾਣਕਾਰੀ ਹੈ ਕਿ ਕਿਹੜੀ ਫਸਲ ਦਾ ਨੁਕਸਾਨ ਹੋਇਆ? ਹਾਂਜੀ ਇਹ ਕਣਕ ਹੈਗੀ ਹੈ, ਪੁਦੀਨਾ ਵੀ ਸੀਗਾ, ਵਿੱਚ ਮੂੰਗੀ ਵੀ ਹੈ ਤੇ ਉਹੀ ਹੈ ਕਿ ਕਿੰਨਾ ਨੁਕਸਾਨ ਹੋਇਆ ਉਹ ਕੈਲਕੂਲੇਟ ਕਰ ਰਹੇ। ਸਰ ਇੱਕ ਵਾਰੀ ਦੁਬਾਰਾ ਫੇਰ ਚੈਨਲ ਦੇ ਜਰੀਏ ਦੱਸ ਦਿਓ ਕਿ ਜੋ ਛੱਜੇਵਾਲ ਪਿੰਡ ਵਾਸੀਆਂ ਦਾ ਨੁਕਸਾਨ ਹੋਇਆ ਤੁਹਾਡੀ ਸਰਕਾਰ ਕਿੰਨੇ ਸਮੇਂ ਵਿੱਚ ਦੇ ਦੇਗੀ ਮੁਆਵਜ਼ਾ? ਜਿੰਨਾ ਵੀ ਅਰਲੀਐਸਟ ਜਲਦੀ ਤੋਂ ਜਲਦੀ ਇਹ ਕੀਤਾ ਜਾਏਗਾ ਤੇ ਕਦੀ ਵੀ ਅਗਰ ਪਹਿਲਾਂ ਪੁਰਾਣੀਆਂ ਸਰਕਾਰਾਂ 'ਚ ਜਿੰਨੀ ਦੇਰ 'ਚ ਮੁਆਵਜ਼ਾ ਮਿਲਦਾ ਸੀ ਉਹ ਤੁਸੀਂ ਕੈਲਕੂਲੇਟ ਕਰਿਓ, ਉਦੋਂ ਬਿਲਕੁਲ ਇੱਕਦਮ ਠੀਕ ਤਰੀਕੇ ਨਾਲ ਹੋਏਗਾ। ਬੜੇ ਹੀ ਵਧੀਆ ਸ਼ਬਦਾਂ ਦੇ ਵਿੱਚ ਜਵਾਬ ਦੇ ਦਿੱਤਾ ਗਿਆ ਹੈ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਜੋ ਮੁਆਵਜ਼ਾ ਦਿੱਤਾ ਜਾਂਦਾ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਮੁਆਵਜ਼ਾ ਆ ਇਹਨਾਂ ਵੀਰਾਂ ਨੂੰ ਮਿਲ ਜਾਏਗਾ।